ਉਹ ਨਾਮ ਨਹੀਂ ਉਹ ਲੈਂਦੇ ਚੈਂਪੀਅਨ ਇਹ ਆਖਦੇ ਵੇਖ ਲਈ ਰਿਕਾਰਡ ਨਹੀਂ ਤੂੰ ਤੇਰੇ ਯਾਰ ਦੇ ਬਚਪਨ ਦੇ ਤੂੰ ਕਾਰਨਾਮੇ ਚੈੱਕ ਕਰ ਲਈ ਸ਼ਰੀਕ ਸਾਲੇ ਤਾਈਓ ਗੈਂਗਸਟਰ ਇਹ ਆਖਦੇ ਉਹ ਅੱਜ ਕੱਲ੍ਹ ਟਰੈਂਡ ਜਿਹਾ ਚੱਲਿਆ ਕਿ ਯਾਰ ਨੂੰ ਨੇ ਯਾਰ ਮਾਰਦੇ ਕਰਕੇ ਗੱਦਾਰੀਆਂ ਤੇ ਠੱਗੀਆਂ ਫਿਰ ਉਹਦੇ ਕੋਲੋਂ ਵਫਾ ਪੜਦੇ ਯਾਨੀ ਉਹ ਰਾਖੀ ਨਾ ਰਹੀ ਹੁਣ ਇੱਜ਼ਤਾਂ ਦੀ ਗੱਲ ਕਰਨ ਸਾਰੇ ਜਿਸਮਾਂ ਤੇ ਲਸਤਾਂ ਦੀ ਯਾਰ ਦੀ ਭੈਣ ਨੂੰ ਨੇ ਭੈਣ ਦੱਸਦੇ ਉਹਦੇ ਉੱਤੇ ਨਿਗਾਹ ਫਿਰ ਗੰਦੀ ਰੱਖਦੇ ਸਰ। ਹਾਂਜੀ ਨਾਜ਼ਰੀਨ ਤੁਸੀਂ ਵੇਖਦੇ ਪਏ ਹੋ ਫੈਸਲਾਬਾਦ ਪੁਆਇੰਟ ਤੇ ਮੈਂ ਤੁਹਾਡਾ ਹੋਸਟ ਨਈਅਰ ਸ਼ਰਾਜ਼ੀ। ਅੱਜ ਸਾਡੇ ਨਾਲ ਮੌਜੂਦ ਨੇ ਟੋਬਾ ਟੇਕ ਸਿੰਘ 295 ਚੱਕ ਦੇ ਨੌਜਵਾਨ ਪੰਜਾਬੀ ਦੇ ਸਿੰਗਰ ਜਿਨ੍ਹਾਂ ਨੂੰ ਅਸੀਂ ਪਾਕਿਸਤਾਨੀ ਸਿੱਧੂ ਮੂਸਾ ਵੀ ਕਹਿ ਸਕਦੇ ਹਾਂ, ਅਹਿਮਦ ਮਲਾਨਾ ਜੱਟ। ਉਹਨਾਂ ਕੋਲ ਪੁੱਛਣੇ ਆ ਕਿ ਉਹਨਾਂ ਨੇ ਆਪਣੇ ਸਿੰਗਿੰਗ ਕੈਰੀਅਰ ਦਾ ਕਿਸ ਤਰ੍ਹਾਂ ਆਗਾਜ਼ ਕੀਤਾ ਔਰ ਉਹਨਾਂ ਨੂੰ ਸ਼ੌਕ ਕਿਸ ਤਰ੍ਹਾਂ ਲੱਗਿਆ, ਕਿਉਂਕਿ ਅੱਜ ਉਹ ਇੱਕ ਬੜਾ ਨਾਂ ਕਮਾ ਚੁੱਕੇ ਨੇ ਔਰ ਹਰ ਪਾਸੇ ਉਹਨਾਂ ਦੇ ਨਾਂ ਦੀਆਂ ਧੁੰਮਾਂ ਨੇ, ਉਹਨਾਂ ਦੇ ਗਾਣੇ ਚੱਲਦੇ ਨੇ ਤੇ ਸੋਸ਼ਲ ਮੀਡੀਆ ਤੋਂ ਕਮਾਈ ਵੀ ਕਰ ਰਹੇ ਨੇ। ਪਹਿਲਾਂ ਪੁੱਛਣੇ ਮਲਾਨਾ ਸਾਹਿਬ ਕੀ ਹਾਲ ਹੈ ਤੁਹਾਡਾ, ਠੀਕ ਹੋ? ਅਲਹਮਦੁਲਿਲਾ ਸਰ, ਤੁਸੀਂ ਸੁਣਾਓ। ਇਹ ਦੱਸੋ ਕਿ ਤੁਸੀਂ ਆਪਣੇ ਸਿੰਗਿੰਗ ਕੈਰੀਅਰ ਦਾ ਆਗਾਜ਼ ਕਿਸ ਤਰ੍ਹਾਂ ਕੀਤਾ? ਸਰ ਯਾਨੀ ਕਿ 1 ਸਾਲ ਪਹਿਲੇ ਮੈਨੂੰ ਬਿਲਕੁਲ ਨਹੀਂ ਸੀ ਪਤਾ ਮੈਂ ਇਸ ਫੀਲਡ 'ਚ ਆਉਣਾ ਨਾ। ਹਾਦਸਾਤੀ ਤੌਰ 'ਤੇ ਮੈਂ ਟਿਕਟੋਕ ਦੀ ਵੀਡੀਓ ਬਣਾਈ ਤੇ ਵਾਇਰਲ ਹੋਣ ਲੱਗ ਗਈਆਂ ਤੇ ਭਾਈਆਂ ਨੇ ਸਾਰਿਆਂ ਨੇ ਕਿਹਾ ਉਹਨਾਂ ਨੂੰ ਕਿ ਯਾਰ ਤੂੰ ਸੌਂਗ ਵੀ ਕਰਨਾ। ਉਹ ਫਿਰ ਮੇਰਾ ਥੋੜ੍ਹਾ ਜਿਹਾ ਟੱਚ ਇਹ ਸੀ ਕਿ ਯਾਰ ਸੌਂਗ ਕਰਨਾ ਇਸ ਤਰ੍ਹਾਂ ਦੇ ਕਰਨੇ, ਫਸਟ ਇੰਪਰੈਸ਼ਨ ਇਜ਼ ਦਾ ਲਾਸਟ ਇੰਪਰੈਸ਼ਨ, ਆਪਾਂ ਸਾਰਿਆਂ ਨੇ ਸਕੂਲਾਂ ਤੋਂ ਇਹੀ ਸਿੱਖਿਆ। ਤੇ ਉਹ ਬਸ ਉਸ ਚੀਜ਼ ਨੂੰ ਲੈ ਕੇ ਹਮੇਸ਼ਾ ਇਹ ਨਹੀਂ ਸੋਚਿਆ ਕਿ ਛੋਟੇ ਲੈਵਲ 'ਤੇ ਕਰ ਰਹੇ ਹਾਂ, ਸੋਚ ਬੜੀ ਰੱਖੀ ਹੈ ਨਾ, ਉਹ ਲੋਕਾਂ ਨੂੰ ਬੜੀ ਸੋਚ ਦਿੱਤੀ ਔਰ ਮੋਟੀਵੇਟ ਕੀਤਾ ਕਿ ਤੁਸੀਂ ਅੱਗੇ ਵਧੋ। ਛੋਟੀ ਸੋਚ ਨਹੀਂ ਰੱਖੀ, ਹਮੇਸ਼ਾ ਵੱਡੀ ਸੋਚ ਰੱਖੀ ਹੈ ਤੇ ਲੋਕ ਉਹੀ ਕਾਮਯਾਬ ਹੁੰਦੇ ਨੇ ਕਿ ਜਿਹੜੇ ਗਾਂਹ ਦੀ ਸੋਚਦੇ ਨੇ। ਅਹਿਮਦ ਮਲਾਨਾ ਸਾਹਿਬ ਇਹ ਦੱਸੋ ਕਿ ਤੁਸੀਂ ਸਭ ਤੋਂ ਪਹਿਲੇ ਤਾਂ ਇਹ ਮੈਨੂੰ ਦੱਸ ਦਿਓ ਕਿ ਤੁਹਾਡਾ ਪੜ੍ਹਾਈ ਦਾ ਸਿਲਸਿਲਾ ਕਿਸ ਤਰ੍ਹਾਂ ਜਾ ਰਿਹਾ ਹੈ? ਉਹ ਪੜ੍ਹਾਈ ਛੱਡ ਦਿੱਤੀ ਹੈ, ਪੜ੍ਹਾਈ ਕਰ ਰਹੇ ਹੋ ਸਿੰਗਿੰਗ ਦੇ ਸ਼ੌਕ ਤੋਂ ਬਾਅਦ, ਇਹਦੇ ਬਾਰੇ ਜ਼ਰਾ ਦੱਸੋ। ਸਰ ਅਲਹਮਦੁਲਿਲਾ ਮੈਂ ਹੁਣ ਵੀ MSc ਕਰ ਰਿਹਾ। ਇੰਨਾ ਫੇਮ ਮਿਲਣ ਤੋਂ ਬਾਅਦ, ਇੰਨਾ ਪਿਆਰ ਔਰ ਇੰਨੀ ਬਿਜ਼ੀ ਲਾਈਫ ਹੋਣ ਤੋਂ ਬਾਅਦ ਵੀ ਯਾਨੀ ਕਿ ਤੁਸੀਂ ਮੇਰੀ ਆਈਡੀਜ਼ ਜਾ ਕੇ ਚੈੱਕ ਕਰ ਸਕਦੇ ਆ, ਰਸ਼ ਪਿਆ ਹੋਇਆ। ਯਾਨੀ ਕਿ ਮੈਂ ਫਿਰ ਵੀ ਪੜ੍ਹਾਈ ਨਹੀਂ ਛੱਡ ਰਿਹਾ ਨਾ, ਕਿਉਂਕਿ ਆਪਣਾ ਲੋਕਾਂ ਦਾ ਕੁਝ ਕਨਸੈਪਟ ਇਹ ਆ ਕਿ ਨੌਕਰੀ ਵਾਸਤੇ ਪੜ੍ਹਾਈ ਕਰਦੇ ਨਾ, ਆਪਣਾ ਉਹ ਚੀਜ਼ ਨਹੀਂ। ਹਾਲਾਂਕਿ ਮੈਂ ਨੌਕਰੀ ਤਾਂ ਕਰਨੀ ਹੀ ਨਹੀਂ ਤੇ ਆਪਾਂ ਆਪਣਾ ਬਿਜ਼ਨਸ ਹੀ ਕਰਨਾ, ਲੇਕਿਨ ਇਹ ਹੈ ਕਿ ਨਹੀਂ ਯਾਨੀ ਕਿ ਪੜ੍ਹਾਈ ਨਹੀਂ ਛੱਡਣੀ। ਪੜ੍ਹਾਈ ਹੁੰਦੀ ਸ਼ਊਰ ਵਾਸਤੇ ਨਾ, ਅਕਲੋ ਸ਼ਊਰ ਵਾਸਤੇ, ਔਰ ਉਹ ਜਾਰੀ ਰਹੇਗੀ। ਹਜੇ ਮੈਂ MSc ਕਰ ਰਿਹਾ ਸਪਾਇਰ ਕਾਲਜ ਟੋਬਾ ਟੇਕ ਸਿੰਘ ਤੇ ਬਾਕੀ ਇਨਸ਼ਾਅੱਲਾ ਪ੍ਰੋਜੈਕਟ ਵੀ ਅੱਗੇ ਚੱਲਦੇ ਰਹਿਣਗੇ। ਔਰ ਇੱਕ ਚੀਜ਼ ਮੈਂ ਲਾਜ਼ਮੀ ਮੈਂਸ਼ਨ ਕਰਨਾ ਚਾਹੁੰਦਾ ਕਿ ਮੇਰੇ ਪੜ੍ਹਾਈ ਦੇ ਜਿੰਨੇ ਅਖਰਾਜਾਤ, ਅਗਰ ਮੈਂ ਅੱਜ ਇਸ ਤਰੱਕੀ ਦੇ ਰਾਹ 'ਤੇ ਇੱਥੇ ਤੱਕ ਪਹੁੰਚਿਆ, ਉਹਦੇ ਪਿੱਛੇ ਮੇਰਾ ਛੋਟਾ ਭਾਈ ਬਲਾਲ ਮਲਾਣਾ ਦੁਬਈ ਹੁੰਦੇ ਆ, ਉਹ ਭਾਈ ਦਾ ਹੱਥ ਆ। ਮੈਨੂੰ ਹਰ ਚੀਜ਼ ਅਫੋਰਡ ਉਹ ਕਰਦੇ ਆ, ਮੇਰੇ ਸੌਂਗ ਦੇ ਪ੍ਰੋਜੈਕਟ ਵੀ, ਹਰ ਇੱਕ ਚੀਜ਼। ਅਗਰ ਮੇਰੇ ਕੋਲ ਅੱਛਾ ਮੋਬਾਈਲ ਆ, ਅੱਛੀ ਬਾਈਕ ਆ, ਮੈਂ ਅੱਛੀ ਜਗ੍ਹਾ 'ਤੇ ਆਉਂਦਾ ਜਾਂਦਾ, ਉਹ ਸਾਰੀ ਚੀਜ਼ ਮੇਰਾ ਭਾਈ ਮੈਨੇਜ ਕਰਦਾ। ਯਕੀਨਨ ਜਦੋਂ ਇੱਕ ਮਕਾਮ ਪਾਉਣਾ ਹੈ ਉਹਦੇ ਲਈ ਜੱਦੋ ਜਹਿਦ ਮਿਹਨਤ ਕਰਨੀ ਪੈਂਦੀ ਹੈ ਔਰ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਕਿਸੇ ਨਾ ਕਿਸੇ ਦੀ ਸਪੋਰਟ ਹੋਣੀ ਜ਼ਰੂਰ ਲਾਜ਼ਮੀ ਹੈ। ਤੇ ਯਕੀਨਨ ਆਪਣੇ ਛੋਟੇ ਭਾਈ ਦੀ ਤਾਰੀਫ ਕਰ ਰਹੇ ਨੇ ਕਿ ਉਹ ਛੋਟਾ ਭਾਈ ਜਿਹੜਾ ਇਹਨਾਂ ਦਾ ਬਿਲਾਲ ਮਲਾਣਾ ਹੈ, ਉਹਦੀ ਇਹਨਾਂ ਦੀ ਕਾਮਯਾਬੀ ਦੇ ਪਿੱਛੇ ਉਹਨਾਂ ਦਾ ਬੜਾ ਹੱਥ ਹੈ। ਤੇ ਇਹਨਾਂ ਨੂੰ ਜ਼ਰਾ ਪੁੱਛਣੇ ਆ ਕਿ ਜਿਹੜੇ ਇਹਨਾਂ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਧੂ ਮੂਸੇਵਾਲੇ ਦਾ ਵੀ 295 ਦਾ ਇੱਕ ਫਿਗਰ ਸੀ ਤੇ ਇਹਨਾਂ ਦੇ ਚੱਕ ਦਾ ਵੀ 295 ਨੰਬਰ ਹੈ। ਇਹ ਕੈਸਾ ਇਤਫਾਕ ਹੈ? ਇਹ ਸਰ ਅਜੀਬ ਹੀ ਇਤਫਾਕ ਹੈ। ਹਾਲਾਂਕਿ ਸਿੱਧੂ ਹੁਣ ਬਹੁਤਾ ਟਰੈਂਡਿੰਗ 'ਚ ਆਇਆ ਨਾ 295 ਜਦੋਂ ਉਹਦੀ ਡੈਥ ਹੋਈ ਆ, ਆਪਾਂ ਸਾਰਿਆਂ ਨੂੰ ਮਤਲਬ ਅਫਸੋਸ ਆ ਉਸ ਚੀਜ਼ ਦਾ। ਮੇਰੀ ਮੀਡੀਆ 'ਤੇ ਉਹ ਯਾਨੀ ਕਿ ਹੈ ਵਾ ਉਹ ਯਾਨੀ ਕਿ ਹੈ ਵਾ ਉਹ ਵੀਡੀਓ ਵੀ ਨਾ। ਲੇਕਿਨ 295 ਜਿਹੜਾ ਨਾਮ ਸੀਗਾ ਉਹ ਕੁਦਰਤੀ ਇੱਕ ਚੀਜ਼ ਆ ਨਾ। ਔਰ ਮੈਂ ਇਹ ਨਾ ਲੋਕ ਕਹਿਣ ਕਿ ਪਤਾ ਨਹੀਂ ਜਾਣ ਬੁੱਝ ਕੇ ਅਸੀਂ ਮੈਂਸ਼ਨ ਕਰ ਰਹੇ ਹਾਂ। ਉਹ ਮੈਂ 3 ਮਹੀਨੇ ਸੌਂਗ ਪਹਿਲੇ ਕਰ ਚੁੱਕਿਆ ਚੈਂਪੀਅਨ। ਉਹਦੇ ਲਾਸਟ 'ਤੇ ਡਾਇਲਾਗ ਆ ਕਿ 295 ਵਾਲਾ ਸੱਚੀਆਂ ਤੇ ਸਿੱਧੀਆਂ ਗੱਲਾਂ ਲਿਖੂਗਾ ਨਾ। ਜ਼ਰੂਰ ਅਸੀਂ ਤੁਹਾਡੇ ਕੋਲੋਂ ਇਹ ਵੀ ਦੇਖਾਂਗੇ। ਸਾਡੇ ਨਾਜ਼ਰੀਨ ਨੂੰ ਦੱਸੋ ਜਿਹੜੇ ਫੈਸਲਾਬਾਦ ਪੁਆਇੰਟ ਦੇਖ ਰਹੇ ਨੇ ਕਿ ਤੁਹਾਡੇ ਜਿਹੜੇ ਸੌਂਗ ਕਾਮਯਾਬ ਹੋ ਚੁੱਕੇ ਨੇ ਉਹਨਾਂ 'ਚ ਹਮੇਸ਼ਾ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੇ ਵਿੱਚ ਇੱਕ ਟੱਚ ਹੁੰਦਾ ਹੈ, ਇੱਕ ਪੈਗਾਮ ਦਿੱਤਾ ਗਿਆ ਹੈ। ਜਿਸ ਤਰ੍ਹਾਂ ਤੁਹਾਡਾ ਚੈਂਪੀਅਨ ਹੈ, ਇੱਕ ਮੁਨਾਫਿਕ ਯਾਰ ਨੇ ਕਿ ਅੱਜ ਕੱਲ੍ਹ ਦੇ ਦੋਸਤ ਯਾਰ ਕਿਸ ਤਰ੍ਹਾਂ ਕਰਦੇ ਨੇ। ਸਾਨੂੰ ਤੁਸੀਂ ਆਪਣੇ ਜਿਹੜੇ ਗਾਣੇ ਨੇ ਨਾ ਉਹਨਾਂ ਦਾ ਜ਼ਰਾ ਇੱਕ ਬੋਲ ਵੀ ਗਾ ਕੇ ਸੁਣਾਓ ਸਾਡੇ ਨਾਜ਼ਰੀਨ ਨੂੰ। ਸਰ ਸਭ ਤੋਂ ਪਹਿਲੇ ਤਾਂ ਮੈਂ ਇੱਕ ਓਵਰਵਿਊ ਦੇਣਾ ਚਾਹੁੰਦਾ ਮੁਨਾਫਿਕ ਯਾਰ ਸੌਂਗ ਦਾ। ਚੈਂਪੀਅਨ ਬਾਅਦ 'ਚ ਮੈਂ ਗਾ ਕੇ ਵੀ ਸੁਣਾਵਾਂਗਾ ਔਰ ਉਹਦੀ ਹਰ ਇੱਕ ਚੀਜ਼ ਦੱਸਾਂਗਾ ਨਾ। ਮੁਨਾਫਿਕ ਯਾਰ ਇਸ ਤਰ੍ਹਾਂ ਕਿ ਚੰਗਿਆਂ ਬਾਰੇ ਹਰ ਕੋਈ ਬੋਲਦਾ। ਇੰਡੀਅਨ ਇੰਡਸਟਰੀ ਭਰੀ ਪਈ ਆ ਨਾ। ਸਿੱਧੂ ਹੋ ਗਿਆ, ਔਜਲਾ, ਆਰਨੇਤ, ਪਰਮੇਸ਼, ਬਹੁਤ ਸਾਰੇ ਬੜੇ ਬੜੇ ਆਰਟਿਸਟ ਆ ਕਿ ਉਹਨਾਂ ਨੇ ਯਾਨੀ ਕਿ ਮੀਡੀਆ ਭਰਿਆ ਪਿਆ ਕਿ ਸਾਡੇ ਯਾਰ ਇਸ ਤਰ੍ਹਾਂ ਉਸ ਤਰ੍ਹਾਂ। ਲੇਕਿਨ ਜਿਹੜੇ ਮੁਨਾਫਿਕ ਯਾਰ ਸੀਗੇ, ਜਿਹੜੇ ਹਰ ਕਿਸੇ ਨਾਲ ਹੁੰਦੀ ਆ, ਥੋਨਾ ਵੀ ਹੋਈ ਮੁਨਾਫਕਤ, ਮੇਰੇ ਨਾਲ ਵੀ ਹੋਈ, ਬਾਕੀ ਭਾਈਆਂ ਨੇ ਵੀ, ਉਹਨੂੰ ਖੁੱਲ੍ਹ ਕੇ ਕੋਈ ਕਿਉਂ ਨਹੀਂ ਬਿਆਨ ਕਰ ਰਿਹਾ? ਸਿਰਫ ਇਸ ਗੱਲੋਂ ਕਿ ਯਾਰ ਲੋਕ ਖਿਲਾਫ ਹੋ ਜਾਣਗੇ ਬਈ। ਲੇਕਿਨ ਉਹਦੇ ਪਿੱਛੇ ਕਈ ਮਾਵਾਂ ਦਾ ਦਰਦ ਛੁਪਿਆ, ਕਈ ਮਾਂ-ਬਾਪ ਦੀ ਇਨਵੈਸਟਮੈਂਟ ਉਹਦੇ ਬੱਚੇ ਦੇ ਹੁੰਦੀ 20-22 ਸਾਲ ਦੀ ਨਾ। ਔਰ ਬੱਚੇ ਤਾਂ ਚਲੋ ਉਹ ਕਹਿੰਦੇ ਨਹੀਂ ਹੁੰਦੇ, ਜਵਾਨੀ 'ਚ ਬੰਦੇ ਨੂੰ ਨਹੀਂ ਪਤਾ ਹੁੰਦਾ, ਯਾਰਾਂ ਦਾ ਭੂਤ ਸਵਾਰ ਹੁੰਦਾ। ਤੇ ਕਈ ਮਾਵਾਂ ਦੇ ਪੁੱਤ ਚਲੇ ਗਏ ਦੂਸਰਿਆਂ ਦੀ ਯਾਨੀ ਕਿ ਗੱਦਾਰੀ ਦੀ ਵਜ੍ਹਾ ਤੋਂ, ਮੁਨਾਫਕਤ ਦੀ ਵਜ੍ਹਾ ਤੋਂ। ਔਰ ਇਸ ਚੀਜ਼ ਨੂੰ ਹਾਈਲਾਈਟ ਕਰਨਾ ਚਾਹੀਦਾ ਤਾਂ ਕਿ ਕਿਤੇ ਨਾ ਕਿਤੇ ਆ ਜਾ ਕੇ ਇੱਕ ਬੰਦੇ ਨੂੰ ਵੀ ਸਾਡਾ ਮੈਸੇਜ ਸਮਝ ਆ ਜਾਵੇ ਨਾ, ਸਾਡਾ ਹੱਕ ਅਦਾ ਹੋ ਗਿਆ। ਔਰ ਸਟੋਰੀ ਦੇ ਵਿੱਚ, ਕਿਉਂਕਿ ਸਟੋਰੀ ਰਾਈਟਰ ਮੈਂ ਖੁਦ ਹੀ ਹਾਂ, ਪ੍ਰੋਜੈਕਟ ਮੇਰਾ ਆਪਣਾ ਹੁੰਦਾ, ਤੇ ਉਹਦੇ ਵਿੱਚ ਮੈਂ ਇਹੀ ਚੀਜ਼ ਦਿਖਾਈ ਕਿ ਕਿਸ ਤਰ੍ਹਾਂ ਇੱਕ ਦੋਸਤ ਦੂਸਰੇ ਦੋਸਤ ਦੇ ਮਗਰ ਲੱਗ ਕੇ ਚਲਾ ਜਾਂਦਾ
ਜਾਂਦਾ। ਇਹ ਜਿਹੜੇ ਦੋਨੇ Song ਨੇ ਤੁਸੀਂ ਇਹਦੇ ਰਾਈਟਰ ਵੀ ਖੁਦ ਹੀ ਹੋ? ਜੀ ਸਰ, ਮੈਂ ਖੁਦ ਲਿਖਦਾ ਔਰ ਮੇਰੇ ਅੱਗੇ ਵੀ ਜਿੰਨੇ Song ਆਣਗੇ ਮੈਂ ਖੁਦ ਹੀ ਲਿਖੇ ਪਏ। ਨਾਜ਼ਰੀਨ ਨੂੰ ਗਾ ਕੇ ਦਿਖਾਓ ਤਾਂ ਆਪਣੇ Song। ਠੀਕ ਹੈ, ਚੈਂਪੀਅਨ Song ਦਾ ਮੈਂ ਗਾਣਾ। ਉਹ ਨਾਮ ਨਹੀਂ ਉਹ ਲੈਂਦੇ ਚੈਂਪੀਅਨ ਨੇ ਆਖਦੇ, ਵੇਖ ਲਈ ਰਿਕਾਰਡ ਨਹੀਂ ਤੂੰ ਤੇਰੇ ਯਾਰ ਦੇ, ਬਚਪਨ ਦੇ ਤੂੰ ਕਾਰਨਾਮੇ ਚੈੱਕ ਕਰ ਲਈ, ਸ਼ਰੀਕ ਸਾਲੇ ਤਾਈਓ ਗੈਂਗਸਟਰ ਇਹ ਆਖਦੇ। ਔਰ ਇਹਦੇ ਵਿੱਚ ਮੈਂ ਇਹ ਚੀਜ਼ ਮੈਂਸ਼ਨ ਕਰਨਾ ਚਾਹੁੰਦਾ, ਕਈ ਬੰਦੇ ਕਹਿੰਦੇ ਯਾਰ ਤੂੰ ਸ਼ਰੀਕਾਂ ਨੂੰ ਗਾਲ ਕੱਢਦੀ। ਬਈ ਸ਼ਰੀਕ ਸਾਰਿਆਂ ਦੇ ਇੱਕ ਚੰਗੇ ਮਾੜੇ ਹੁੰਦੇ ਆ ਨਾ, ਮੇਰੇ ਜੇ ਚੰਗੇ ਆ ਜ਼ਰੂਰੀ ਨਹੀਂ ਮੈਂ ਆਪਣੇ ਸ਼ਰੀਕਾਂ ਦੇ ਲਿਖਦਾ। ਉਹਦੇ ਤੋਂ ਮੁਰਾਦ ਇਹ ਆ ਕਿ ਮੈਂ ਓਵਰਆਲ ਲਿਖ ਰਿਹਾ ਨਾ, ਓਵਰਆਲ ਸ਼ਰੀਕਾਂ ਦੀ ਗੱਲ ਕਰ ਰਹੇ ਓਵਰਆਲ ਕਰ ਰਿਹਾ ਕਿ ਜੋ ਸਾਡੇ ਮਾਸ਼ਰੇ 'ਚ ਚੱਲਦਾ। ਨੰਬਰ 2 ਰਾਈਟਰ ਸਹੀ ਸਮਝ ਸਕਦਾ ਕਿ ਉਹਨੇ ਕੀ ਲਿਖਿਆ। ਔਰ ਮੈਂ ਨਹੀਂ ਹੁਣ ਦੱਸਦੇ। ਤੁਸੀਂ ਸਾਨੂੰ ਨਾਜ਼ਰੀਨ ਨੂੰ ਜਿਹੜਾ ਤੁਹਾਡਾ ਗਾਣਾ ਬੜਾ ਪਪੂਲਰ ਹੋਇਆ ਮੁਨਾਫਿਕ ਯਾਰ, ਬਿਲਕੁਲ ਸਰ, ਉਹਦਾ ਵੀ ਜਿਹੜਾ ਟੱਚ ਦਿਓ ਸਾਡੇ ਨਾਜ਼ਰੀਨ ਨੂੰ ਸੁਣਾਓ। ਉਹਦਾ ਟੱਚ ਵੀ ਸਰ ਇਦਾਂ ਸੀ ਕਿ ਉਹ ਅੱਜ ਕੱਲ੍ਹ ਟਰੈਂਡ ਜਿਹਾ ਚੱਲਿਆ ਕਿ ਯਾਰ ਨੂੰ ਨੇ ਯਾਰ ਮਾਰਦੇ, ਕਰਕੇ ਗੱਦਾਰੀਆਂ ਤੇ ਠੱਗੀਆਂ, ਫਿਰ ਉਹਦੇ ਕੋਲੋਂ ਵਫਾ ਭਾਲਦੇ। ਯਾਨੀ ਕਿ ਮੁਨਾਫਕਤ ਦਾ ਟਰੈਂਡ ਚੱਲ ਚੁੱਕਿਆ ਔਰ ਖੁਦ ਗੱਦਾਰੀਆਂ ਤੇ ਆਪਣਾ ਠੱਗੀਆਂ ਕਰਦੇ ਆ, ਅਗਲੇ ਬੰਦੇ ਕੋ ਫਿਰ ਵੀ ਵਫਾਦਾਰੀਆਂ ਭਾਲਦੇ ਆ। ਔਰ ਇਹਦਾ ਇੱਕ ਮੈਂ ਤੁਹਾਨੂੰ ਮਸ਼ਹੂਰ ਮਿਸਰਾ ਦੱਸਦਾ, ਉਹ ਰਾਖੀ ਨਾ ਰਹੀ ਹੁਣ ਇੱਜ਼ਤਾਂ ਦੀ, ਗੱਲ ਕਰਨ ਸਾਰੇ ਜਿਸਮਾਂ ਤੇ ਲਜ਼ਤਾਂ ਦੀ, ਯਾਰ ਦੀ ਭੈਣ ਨੂੰ ਨੇ ਭੈਣ ਦੱਸਦੇ, ਉਹਦੇ ਉੱਤੇ ਨਿਗਾਹ ਫਿਰ ਗੰਦੀ ਰੱਖਦੇ। ਸਰ ਡੈਟ ਸੈਡ ਜਿਹੜਾ ਬਾਸ਼ਊਰ ਇਨਸਾਨ ਆ ਉਹ ਸਮਝਦਾ ਕਿ ਅੱਜ ਕੱਲ੍ਹ ਦੀ ਯਾਰੀ ਇਹ ਆ ਕਿ ਯਾਰਾਂ ਦੀ ਭੈਣਾਂ ਉੱਤੇ ਅੱਖ ਹੁੰਦੀ, ਉਹਨਾਂ ਦੇ ਭਰਾਵਾਂ ਉੱਤੇ ਅੱਖ ਹੁੰਦੀ, ਉਹਨਾਂ ਦੇ ਘਰਦਿਆਂ ਤੇ ਅੱਖ ਹੁੰਦੀ ਆ, ਤੇ ਉਹ ਯਾਰੀਆਂ ਅੱਜ ਕੱਲ੍ਹ ਭਾਲੀਆਂ ਜਾ ਰਹੀਆਂ। ਯਕੀਨਨ ਤੁਸੀਂ ਸਾਡੇ ਪਾਕਿਸਤਾਨੀ ਅਹਿਮਦ ਮੌਲਾਨਾ ਜੱਟ ਸਿੱਧੂ ਮੂਸੇ ਦੀ ਗੱਲਾਂ ਜਿਹੜੀਆਂ ਨੇ ਸੁਣੀਆਂ ਨੇ, ਔਰ ਯਕੀਨਨ ਉਹਦੇ 'ਚ ਬੜਾ ਇੱਕ ਪੈਗਾਮ, ਇੱਕ ਮੈਸੇਜ ਹੈ। ਯਾਰਾਂ ਨੂੰ ਦੱਸਿਆ ਗਿਆ ਕਿ ਅੱਜ ਕੱਲ੍ਹ ਦੇ ਯਾਰ ਕਿਸ ਤਰ੍ਹਾਂ ਮੁਨਾਫਿਕ ਨੇ, ਅੱਛੇ ਯਾਰ ਵੀ ਯਕੀਨਨ ਨੇ, ਲੇਕਿਨ ਜਿਹੜੇ ਮੁਨਾਫਿਕ ਯਾਰ ਨੇ ਜ਼ਿਆਦਾਤਰ ਉਹਨਾਂ ਲਈ ਦੱਸਿਆ ਗਿਆ ਹੈ ਕਿ ਉਹ ਮੁਨਾਫਕਤ ਕਰਦੇ ਨੇ, ਲੋਕਾਂ 'ਚ ਇੱਜ਼ਤ ਨਹੀਂ ਤਾਂ ਪਹਿਲੇ ਵਕਤ ਹੁੰਦੇ ਸੀ ਕਿ ਲੋਕ ਗੈਰਤਮੰਦ ਯਾਰ ਹੁੰਦੇ ਸੀ ਤੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝਦੇ ਸੀ, ਉਹਨਾਂ 'ਤੇ ਆਪਣੀ ਜਾਨ ਵਾਰਦੇ ਸੀ। ਤੇ ਅਸੀਂ ਹੁਣ ਇਹਨਾਂ ਕੋਲੋਂ ਪੁੱਛਣੇ ਆ ਕਿ ਇਹਨਾਂ ਨੇ ਸੋਸ਼ਲ ਮੀਡੀਆ 'ਤੇ ਇਹਨਾਂ ਨੇ ਆਪਣੇ ਗਾਣੇ ਵਾਇਰਲ ਹੋਏ ਨੇ, ਅਕਾਊਂਟ ਬਣਾਏ ਨੇ, ਤੇ ਕਿੰਨੀ ਕੁ ਇਹਨਾਂ ਨੂੰ ਕਮਾਈ ਹੋ ਰਹੀ ਹੈ, ਕਿੰਨੀ ਕਮਾਈ ਹੋ ਰਹੀ ਹੈ ਅਹਿਮਦ ਮੌਲਾਨਾ, ਕਿ ਤੁਹਾਡੀ ਜਿਹੜੇ ਸੋਸ਼ਲ ਮੀਡੀਆ 'ਤੇ ਤੁਹਾਡੇ ਗਾਣੇ ਵਾਇਰਲ ਹੋ ਚੁੱਕੇ ਨੇ, ਅਕਾਊਂਟ ਬਣਾਇਆ ਹੈ, ਤੇ ਕਿੰਨੀ ਕਮਾਈ ਤੁਹਾਨੂੰ ਹੋ ਜਾਂਦੀ ਹੈ? ਸਰ ਆਪਣਾ ਨਾ ਮੈਂ 0 ਪੁਆਇੰਟ ਤੋਂ ਸ਼ੁਰੂ ਕੀਤਾ ਸੀਗਾ ਔਰ ਮੈਨੂੰ ਬਹੁਤ ਸਾਰੇ ਬੰਦਿਆਂ ਨੇ, ਤੁਹਾਨੂੰ ਪਤਾ ਆਪਣੇ ਪਾਕਿਸਤਾਨ 'ਚ ਲੋਕ ਸਿੱਧੂ ਮੂਸੇ ਵਾਲੇ ਯਾਰ ਨੇ, ਇੱਥੋਂ ਥੱਲੇ ਓਜਲੇ ਤੋਂ ਥੱਲੇ ਐਗਜ਼ਾਮਪਲ ਹੀ ਨਹੀਂ ਦਿੰਦੇ ਕਿ ਬਾਈ ਯਾਰ ਉਹਨਾਂ ਨੇ ਵੱਡੇ ਚੈਨਲਾਂ ਤੇ ਕੀਤੇ, ਤੂੰ ਵੀ ਕਰਨੇ ਸੀਗੇ। ਮੈਂ ਕਿਹਾ ਯਾਰ ਇੱਕ ਲਾਈਨ 'ਚ ਪਹਿਲੇ ਹੀ ਇੰਨੇ ਬੰਦੇ ਖੜੇ ਆ, ਤੁਸੀਂ ਉਹਨਾਂ ਦੀ ਐਗਜ਼ਾਮਪਲ ਦੇ ਰਹੇ ਆ, ਬਜਾਏ ਇਸ ਦੇ ਤੁਸੀਂ ਉਹਨਾਂ 'ਚ ਜਾ ਕੇ ਖੜੇ ਹੋਵੋ, ਤੁਸੀਂ ਅਲੱਗਾ ਖੜੇ ਹੋਵੋ, ਤੁਹਾਡੀ 2 ਸਾਲ ਲੇਟ ਕਮਾਈ ਕਿੰਨੀ ਹੈ ਹੋਈ ਹੈ ਤੁਹਾਡੇ, ਇਹ ਦੱਸੋ ਸਾਰੇ ਨਾਜ਼ਰੀਨ ਨੂੰ ਦੱਸੋ, ਕਮਾਈ ਕਿੰਨੀ ਹੈ? ਲੋਕ ਕਹਿੰਦੇ ਨੇ ਸੋਸ਼ਲ ਮੀਡੀਆ ਤੇ ਬੜੀ ਕਮਾਈਆਂ ਨੇ, ਉਹਦੇ ਬਾਰੇ ਦੱਸੋ। ਪਹਿਲੇ ਮੇਰੇ 2 Song ਤਾਂ ਚੈਨਲ ਮੋਨੀਟਾਈਜ਼ ਹੋਣ ਨੂੰ ਕਿਉਂਕਿ 4000 ਘੰਟੇ, ਕਿਉਂਕਿ ਮੇਰੇ ਕੋਲ ਇੱਕ ਟਿਕਟੋਕ ਦਾ ਬੜਾ ਨਾ ਪਲੇਟਫਾਰਮ ਨਹੀਂ ਸੀਗਾ, ਜਿਹਦੀ ਵਜ੍ਹਾ ਤੋਂ ਲੋਕ ਧੱਕੇ ਨਾਲ ਹੀ ਆ ਕੇ ਦੇਖਦੇ ਕਿ ਹਾਂ ਅਹਿਮਦ ਮੌਲਾਨਾ ਜੱਟ ਨੇ ਕੀ ਕੀਤਾ। ਬਹੁਤ ਸਾਰੇ ਨਾਜ਼ਰੀਨ ਉਹਨਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਅਹਿਮਦ ਮੌਲਾਨਾ ਜੱਟ ਕੋਈ ਹੈ ਵਾ, ਕੋਈ ਲਿਖਦਾ ਵਾ, ਕੋਈ ਗਾਉਂਦਾ, ਸੋਚ ਨੂੰ ਫੋਲੋ ਕਰਨਾ ਤਾਂ ਦੂਰ ਦੀ ਗੱਲ। ਸੋ ਇਹ ਚੀਜ਼ ਆ, ਜਿੰਨੀ ਦੇਰ ਤੱਕ ਅਸੀਂ ਇਹ ਨਹੀਂ ਦੱਸਾਂਗੇ ਉਨੀ ਦੇਰ ਤੱਕ ਬਾਕੀ ਕਮਾਈ ਸਰ ਇਹੀ ਆ ਕਿ ਥੋੜ੍ਹਾ ਬਹੁਤ ਹਜੇ ਯਾਨੀ ਕਿ ਹੈ ਵਾ, ਆਪਾਂ ਨੂੰ ਅਰਨਿੰਗ ਹੈ ਵਾ, ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਬਿਲਕੁਲ ਕੁਛ ਆਇਆ ਹੀ ਨਹੀਂ। ਬਿਲਕੁਲ ਕੁਛ ਨਹੀਂ ਆਇਆ ਇਹ ਤਾਂ ਨਹੀਂ ਬਿਲਕੁਲ ਕਹਿੰਦੇ ਨੇ, ਲੇਕਿਨ ਕਮਾਈ ਹੈ। ਦੂਸਰੀ ਜਾਣਬ ਅਸੀਂ ਇਹਨਾਂ ਕੋਲੋਂ ਪੁੱਛਣੇ ਆ ਕਿ ਜਿਹੜਾ ਇਹਨਾਂ ਦੇ ਹੁਣ ਮੁਸਤਕਬਲ ਵਿੱਚ ਆਉਣ ਵਾਲਾ Song ਹੈ ਉਹਦੇ ਬਾਰੇ ਕੀ ਕਹਿੰਦੇ ਨੇ, ਉਹਦੇ ਬਾਰੇ ਥੋੜ੍ਹਾ ਗਾ ਕੇ ਸੁਣਾਓ। ਆਪਣਾ ਮੌਲਾਨਾ ਸਾਹਿਬ ਇਹ ਦੱਸੋ, ਜਿਹੜਾ ਤੁਹਾਡਾ ਆਉਣ ਵਾਲਾ Song ਹੈ ਉਹਦੇ ਬਾਰੇ ਸਰ ਗੁਣਗੁਣਾ ਕੇ ਸਾਡੇ ਵੀਵਰ ਨੂੰ ਦੱਸੋ, ਨਾਜ਼ਰੀਨ ਨੂੰ ਦੱਸੋ, ਤੇ ਉਹਦੇ ਬਾਰੇ ਜ਼ਰਾ ਮੈਸੇਜ ਵੀ ਕੀ ਜਾਂਦਾ ਹੈ। ਸਰ ਅਗਲਾ ਗਾਣਾ ਮੇਰਾ ਯਾਰ G3 ਗਨ, ਕਿਉਂਕਿ ਮੁਨਾਫਕ ਯਾਰ ਮੈਂ ਇਹ ਨਹੀਂ ਸੀ ਕਿਹਾ ਕਿ ਚੰਗੇ ਯਾਰ ਹੈ ਨਹੀਂ, ਚੰਗੇ ਯਾਰ ਬਹੁਤ ਆ, ਨਸਲੀਆਂ, ਜਿੱਦਾਂ ਕਿ ਬਲਾਲ ਚੀਮਾ, ਅਬਦੁਰਰਹਿਮਾਨ ਬੰਦੇਸ਼ੇ ਦਾ ਯਾਰ ਸੀਗਾ, ਉਸ ਤਰ੍ਹਾਂ ਦੇ ਯਾਰ ਭਰੇ ਪਏ ਆ। ਲੇਕਿਨ ਮੈਂ ਮੁਨਾਫਕਾਂ ਦੇ ਬਾਰੇ ਕਿਹਾ ਸੀ ਕਿ ਕੋਈ ਨਹੀਂ ਸੀਗੇ, ਅਸੀਂ ਉਹਨਾਂ ਬਾਰੇ ਦੱਸਿਆ। ਚੰਗੇ ਯਾਰਾਂ ਬਾਰੇ ਵੀ ਗਾਣਾ ਆ ਰਿਹਾ ਸਾਡਾ ਕਿ AK47 ਅਸੀਂ ਦਿਖਾ ਰਹੇ ਹਾਂ ਨਾ ਗਾਣਿਆਂ 'ਚ। ਮੈਂ ਪਾਕਿਸਤਾਨ ਦੀ ਪ੍ਰਮੋਸ਼ਨ ਕਰ ਰਿਹਾ, ਆਪਣਾ G3 ਗਨ ਪਾਕਿਸਤਾਨ ਦੀ ਆ, ਉਹਦੇ ਨਾਲ ਮੈਂ ਯਾਰ ਅਟੈਚ ਕੀਤੇ ਗਏ, ਯਾਰ ਮੇਰੇ G3 ਗਨ ਵਰਗੇ ਨਾ। ਤੇ ਉਹ ਸਰ ਮੈਂ ਗੁਣਗੁਣਾ ਕੇ ਇਸ ਲਈ ਨਹੀਂ ਦੱਸ ਸਕਦਾ ਕਿਉਂਕਿ Song ਫਿਰ ਲੀਕ ਵੀ ਹੋ ਜਾਂਦਾ, ਬਾਕੀ ਨਾਮ ਦੱਸ ਰਹੇ ਹਾਂ। ਔਰ ਇਸ Song ਦੇ ਵਿੱਚ ਇਹ ਬੜੀ ਚੀਜ਼ ਆ ਕਿ ਅਸੀਂ ਪਾਕਿਸਤਾਨ ਦੇ ਜਿੰਨੇ ਆਪਣੇ ਆਰਟਿਸਟ ਆ ਨਾ, ਹੁਣ ਜਿੰਨੇ ਯਾਨੀ ਕਿ ਵਧੀਆ ਸਿੰਗਰ, ਚਲੋ ਆਪਣੇ ਥੋੜ੍ਹੇ ਬਹੁਤ ਆਰਟਿਸਟ ਹੈਗੇ ਆ, ਉਹ ਸਾਰੇ ਅਸੀਂ ਇਨਸ਼ਾਅੱਲਾ ਇੱਕ Song 'ਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਨਾਜ਼ਰੀਨ, ਤੁਸੀਂ ਅਹਿਮਦ ਮੌਲਾਨਾ ਜੱਟ 295 ਵਾਲੇ ਦੀ ਗੱਲਾਂ ਸੁਣੀਆਂ ਨੇ, ਔਰ ਕੀ ਮੁਸਤਕਬਲ ਆਪਣਾ ਸੋਚ ਰੱਖਦੇ ਨੇ। ਉਹ ਹਮੇਸ਼ਾ ਹੀ ਹਰ ਗਾਣੇ ਦੇ ਵਿੱਚ ਉਹਨਾਂ ਦਾ ਇੱਕ ਮੈਸੇਜ ਹੁੰਦਾ ਹੈ, ਤੇ ਤੁਸੀਂ ਉਹਨਾਂ ਦਾ ਆਉਣ ਵਾਲਾ Song ਦੇਖੋ ਜਿਹੜਾ ਕਿ ਦੋਸਤਾਂ ਯਾਰਾਂ ਦੀ ਵਫਾ 'ਤੇ ਵੀ ਬਣਾਇਆ ਗਿਆ ਹੈ। ਤੇ ਇਸ ਲਈ ਅੱਜ ਦਾ ਪੈਗਾਮ ਇਹ ਹੈ, ਇਹ ਸਾਡਾ ਪਾਕਿਸਤਾਨੀ ਸਿੱਧੂ ਮੂਸੇਵਾਲਾ ਹੈ, ਇਹਨੂੰ ਆਪਣੇ ਪਾਕਿਸਤਾਨੀ ਜਿਹੜੇ ਨੇ ਭਰਾ ਸਾਡੇ, ਉਹ ਸਾਡੇ ਮਿੱਤਰ, ਇਹਨਾਂ ਨੂੰ ਸਪੋਰਟ ਕਰਨ। ਇਹ ਸਾਡੇ ਨੌਜਵਾਨ ਨੇ ਜਿਹੜੇ, ਇਹਨਾਂ ਦਾ ਮੁਸਤਕਬਲ ਬਹੁਤ ਅੱਛਾ ਹੋਣਾ ਚਾਹੀਦਾ ਹੈ, ਪਾਕਿਸਤਾਨ ਦਾ ਨਾਮ ਰੋਸ਼ਨ ਕਰਨਗੇ। ਹਕੂਮਤ ਨੂੰ ਵੀ ਚਾਹੀਦਾ ਹੈ ਕਿ ਉਹ ਐਸੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਨ, ਜਿਸ ਤਰ੍ਹਾਂ ਦਿਆਰੇ ਗੈਰ ਦੇ ਵਿੱਚ, ਪੜੋਸੀ ਮੁਲਕ ਦੇ ਵਿੱਚ ਪੰਜਾਬੀ ਸਿੰਗਿੰਗ ਨੂੰ ਇੱਕ ਬੜਾ ਮਕਾਮ ਦਿੱਤਾ ਗਿਆ, ਉਹਨਾਂ ਨੂੰ ਬੜਾ ਸਪੋਰਟ ਕੀਤਾ ਗਿਆ, ਤੇ ਉਸ ਦੇ ਨਾਲ ਲੱਗਣ ਦੇ, ਸਪੋਰਟ ਲੱਗਣ ਦੇ ਨਾਲ ਉਹ ਬੜਾ ਇੰਟਰਨੈਸ਼ਨਲ ਲੈਵਲ 'ਤੇ ਗਏ ਨੇ। ਤੇ ਅਸੀਂ ਵੀ ਇਹ ਬਤੌਰ ਪਾਕਿਸਤਾਨੀ ਹੈ
ਹੁਕਾਮ ਨੂੰ ਅਪੀਲ ਕਰਨੇ ਆ ਕਿ ਐਸੇ ਨੌਜਵਾਨ ਜਿਹੜੇ ਆਪਣੀ ਮਦਦ ਆਪ ਦੇ ਤਹਿਤ ਐਸਾ ਮਕਾਮ ਹਾਸਲ ਕਰ ਰਹੇ ਨੇ, ਇਹਨਾਂ 'ਚ ਬਹੁਤ ਸਾਰਾ ਟੈਲੈਂਟ ਛੁਪਿਆ ਹੈ। ਅਗਰ ਇਹਨਾਂ ਦੀ ਸਰਕਾਰੀ ਸਤਹ 'ਤੇ ਹੌਸਲਾ ਅਫਜ਼ਾਈ ਕੀਤੀ ਜਾਏ, ਇਹਨਾਂ ਦੀ ਬਕਾਇਦਾ ਮੈਨੇਜਮੈਂਟ ਕੀਤੀ ਜਾਏ, ਇਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਏ, ਤੇ ਯਕੀਨਨ ਇਹ ਪਾਕਿਸਤਾਨ ਦਾ ਨਾਮ ਇੰਟਰਨੈਸ਼ਨਲ ਲੈਵਲ ਤੇ ਰੋਸ਼ਨ ਕਰ ਸਕਦੇ ਨੇ ਔਰ ਦੂਸਰੇ ਮੁਲਕਾਂ ਦੀ ਤਰ੍ਹਾਂ ਆਪਣੇ ਮੁਲਕ ਦਾ ਨਾਮ ਵੀ ਪੰਜਾਬੀ ਸਿੰਗਿੰਗ ਦੇ ਵਿੱਚ ਰੋਸ਼ਨ ਕਰ ਸਕਦੇ ਨੇ। ਤੁਸੀਂ ਦੇਖਦੇ ਰਹੋ ਫੈਸਲਾਬਾਦ ਪੁਆਇੰਟ ਤੇ ਮੈਨੂੰ ਦਿਓ ਇਜਾਜ਼ਤ। अस्सलाम वालेकुम।